ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਾਜਵੀਰ ਕੌਰ ਹੈ। ਮੈਂ ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਵਿਖੇ ਬਤੌਰ ਪੰਜਾਬੀ ਅਧਿਆਪਿਕਾ ਸੇਵਾ ਨਿਭਾ ਰਹੀ ਹਾਂ। 6ਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਿਲ ਕਵਿਤਾ ਬਸੰਤ ਦੇ ਬਾਰੇ ਗੱਲਬਾਤ ਕਰਾਂਗੇ। ਬਸੰਤ ਕਵਿਤਾ ਆਧੁਨਿਕ ਕਵੀ ਧਨੀ ਰਾਮ ਚਾਤ੍ਰਿਕ ਜੀ ਦੀ ਲਿਖੀ ਹੋਈ ਹੈ। ਧਨੀ ਰਾਮ ਚਾਤ੍ਰਿਕ ਜੀ ਦਾ ਜਨਮ 4 ਅਕਤੂਬਰ 1876 ਈਸਵੀ ਨੂੰ ਪਿੰਡ ਪੱਸੀਆਂਵਾਲਾ ਜ਼ਿਲ੍ਹਾ ਸਿਆਲਕੋਟ ਪਾਕਿਸਤਾਨ ਵਿੱਚ ਪਿਤਾ ਸ੍ਰੀ ਪੋਹੂ ਮੱਲ ਦੇ ਘਰ ਮਾਤਾ ਸ਼੍ਰੀਮਤੀ ਲక్ష్ਮੀ ਦੇਵੀ ਜੀ ਦੀ ਕੁੱਖੋਂ ਹੋਇਆ। ਧਨੀ ਰਾਮ ਚਾਤ੍ਰਿਕ ਜੀ ਦੀ ਕਵਿਤਾ ਵਿੱਚ ਪੰਜਾਬ ਦਾ ਸੱਭਿਆਚਾਰ ਠਾਠਾ ਮਾਰਦਾ ਹੈ। ਪੰਜਾਬੀ ਬੋਲੀ ਨਾਲ ਪਿਆਰ ਵੀ ਫੁੱਟ ਫੁੱਟ ਪੈਂਦਾ ਹੈ। ਆਪ ਜੀ ਦੀ ਭਾਸ਼ਾ ਬਹੁਤ ਸਰਲ ਅਤੇ ਠੇਠ ਪੰਜਾਬੀ ਹੈ। ਬਸੰਤ ਕਵਿਤਾ ਵਿੱਚ ਧਨੀ ਰਾਮ ਚਾਤ੍ਰਿਕ ਜੀ ਨੇ ਬਸੰਤ ਰੁੱਤ ਦਾ ਵਰਣਨ ਕੀਤਾ ਹੈ। ਹੁਣ ਅਸੀਂ ਕਵਿਤਾ ਨੂੰ ਪੜ੍ਹਾਂਗੇ, ਔਖੇ ਸ਼ਬਦਾਂ ਦੇ ਅਰਥ ਕਰਾਂਗੇ ਅਤੇ ਕਾਵਿ ਸਤਰਾਂ ਦੀ ਵਿਆਖਿਆ ਕਰਾਂਗੇ। ਕੱਕਰਾਂ ਨੇ ਲੁੱਟ ਪੁੱਟ ਨੰਗ ਕਰ ਛੱਡੇ ਰੁੱਖ, ਹੋ ਗਏ ਨਿਹਾਲ ਅੱਜ ਪੁੰਗਰ ਕੇ ਡਾਲੀਆਂ, ਡਾਲੀਆਂ ਕਚਾਹ ਵਾਂਗ ਕੂਲੀਆਂ ਨੂੰ ਜਿੰਦ ਪਈ, ਆਲਣੇ ਦੇ ਬੋਟਾਂ ਵਾਂਗ ਖੰਭੀਆਂ ਉਛਾਲੀਆਂ। ਕੱਕਰ ਸ਼ਬਦ ਦਾ ਅਰਥ ਹੈ ਸਿਆਲ ਦੀ ਰੁੱਤ ਦਾ ਕੋਰਾ। ਨੰਗ ਸ਼ਬਦ ਦਾ ਅਰਥ ਹੈ ਪੱਤਿਆਂ ਤੋਂ ਸੱਖਣੇ ਕਰ ਦਿੱਤਾ। ਨਿਹਾਲ ਸ਼ਬਦ ਦਾ ਅਰਥ ਹੈ ਖੁਸ਼। ਬੋਟ ਸ਼ਬਦ ਦਾ ਅਰਥ ਹੈ ਪੰਛੀਆਂ ਦੇ ਨਿੱਕੇ ਨਿੱਕੇ ਬੱਚੇ। ਧਨੀ ਰਾਮ ਚਾਤ੍ਰਿਕ ਜੀ ਬਸੰਤ ਰੁੱਤ ਦਾ ਵਰਣਨ ਕਰਦੇ ਹੋਏ ਕਹਿੰਦੇ ਹਨ ਕਿ ਸਿਆਲ ਦੀ ਕੱਕਰਾਂ ਭਰੀ ਠੰਡੀ ਰੁੱਤ ਨੇ ਰੁੱਖਾਂ ਦੇ ਪੱਤੇ ਸੁਕਾ ਕੇ ਝਾੜ ਦਿੱਤੇ ਹਨ। ਇਸ ਤਰ੍ਹਾਂ ਉਸ ਨੇ ਰੁੱਖਾਂ ਦੇ ਪੱਤੇ ਲੁੱਟ ਕੇ ਉਹਨਾਂ ਨੂੰ ਨੰਗ ਮੁਨੰਗ ਕਰ ਦਿੱਤਾ ਸੀ। ਪਰ ਅੱਜ ਬਸੰਤ ਰੁੱਤ ਦੇ ਆਉਣ ਤੇ ਡਾਲੀਆਂ ਦੇ ਪੁੰਗਰਨ ਨਾਲ ਉਹ ਖੁਸ਼ ਹੋ ਗਏ ਹਨ। ਕਚਾਹ ਵਰਗੀਆਂ ਕੂਲੀਆਂ ਵਿੱਚ ਜਾਨ ਪੈ ਗਈ ਜਾਪਦੀ ਹੈ ਅਤੇ ਉਹਨਾਂ ਉੱਪਰ ਨਿਕਲੇ ਨਿੱਕੇ ਨਿੱਕੇ ਨਵੇਂ ਪੱਤੇ ਇੰਜ ਜਾਪਦੇ ਹਨ ਜਿਵੇਂ ਪੰਛੀਆਂ ਦੇ ਬੋਟਾਂ ਨੂੰ ਨਿੱਕੇ ਨਿੱਕੇ ਖੰਭ ਨਿਕਲ ਆਏ ਹੋਣ। ਬਾਗਾਂ ਵਿੱਚ ਬੂਟਿਆਂ ਨੇ ਡੋਡੀਆਂ ਉਭਾਰੀਆਂ ਤੇ ਮਿੱਠੀ ਮਿੱਠੀ ਪੌਣ ਆ ਕੇ ਸੁੱਤੀਆਂ ਉਠਾਲੀਆਂ, ਖਿੜ ਖਿੜ ਹੱਸਦੀਆਂ ਵਸਿਆ ਜਹਾਨ ਵੇਖ, ਗੁੱਟੇ ਉੱਤੇ ਕੇਸਰ ਗੁਲਾਬ ਉੱਤੇ ਲਾਲੀਆਂ। ਧਨੀ ਰਾਮ ਚਾਤ੍ਰਿਕ ਜੀ ਕਹਿੰਦੇ ਹਨ ਕਿ ਬਸੰਤ ਰੁੱਤ ਆਉਣ ਤੇ ਬਾਗਾਂ ਵਿੱਚ ਬੂਟਿਆਂ ਨੇ ਡੋਡੀਆਂ ਕੱਢ ਲਈਆਂ ਹਨ ਅਤੇ ਮੱਠੀ ਮੱਠੀ ਹਵਾ ਨੇ ਸੁੱਤੀਆਂ ਡੋਡੀਆਂ ਨੂੰ ਜਗਾ ਕੇ ਫੁੱਲਾਂ ਦਾ ਰੂਪ ਦੇ ਦਿੱਤਾ ਹੈ। ਗੇਂਦੇ ਦੇ ਫੁੱਲਾਂ ਉੱਪਰ, ਕੇਸਰ ਅਤੇ ਗੁਲਾਬ ਦੇ ਫੁੱਲਾਂ ਉੱਪਰ ਆਈਆਂ ਲਾਲੀਆਂ ਵਸਦੇ ਜਹਾਨ ਨੂੰ ਦੇਖ ਕੇ ਖਿੜ ਖਿੜ ਹੱਸਦੀਆਂ ਜਾਪਦੀਆਂ ਹਨ। ਫੁੱਲਾਂ ਭਰੇ ਗਮਲਿਆਂ ਨੂੰ ਜੋੜਿਆ ਕਤਾਰ ਬੰਨ, ਹਰੀ ਹਰੀ ਘਾਹ ਦੀ ਵਿਛਾਈ ਉੱਤੇ ਮਾਲੀਆਂ, ਬੁਲਬੁਲ ਫੁੱਲ ਫੁੱਲ ਫੁੱਲਾਂ ਦੇ ਸਦਕੇ ਲਏ, ਭੋਰੇ ਲਟਭੌਰਿਆਂ ਨੂੰ ਆਈਆਂ ਖੁਸ਼ਹਾਲੀਆਂ। ਫੁੱਲ ਫੁੱਲ ਸ਼ਬਦ ਦਾ ਅਰਥ ਹੈ ਖੁਸ਼ ਹੋ ਕੇ। ਸਦਕੇ ਲਏ ਭਾਵ ਕੁਰਬਾਨ ਜਾਵੇ। ਲਟਭੌਰਿਆਂ ਦਾ ਅਰਥ ਹੈ
ਮਸਤੀ ਨਾਲ ਭਰੇ ਹੋਏ। ਧਨੀ ਰਾਮ ਚਾਤ੍ਰਿਕ ਜੀ ਕਹਿੰਦੇ ਹਨ ਕਿ ਬਸੰਤ ਰੁੱਤ ਦੇ ਸਵਾਗਤ ਵਿੱਚ ਮਾਲੀਆਂ ਨੇ ਹਰੇ ਹਰੇ ਘਾਹ ਦੇ ਵਿਛਾਉਣੇ ਉੱਤੇ ਫੁੱਲਾਂ ਭਰੇ ਗਮਲਿਆਂ ਨੂੰ ਕਤਾਰਾਂ ਬੰਨ੍ਹ ਕੇ ਜੋੜ ਦਿੱਤਾ ਹੈ। ਖੁਸ਼ੀ ਨਾਲ ਫੁੱਲੀ ਹੋਈ ਬੁਲਬੁਲ ਫੁੱਲਾਂ ਤੋਂ ਕੁਰਬਾਨ ਜਾ ਰਹੀ ਹੈ ਅਤੇ ਮਸਤ ਭੌਰੇ ਖੁਸ਼ ਹੋ ਰਹੇ ਹਨ। ਪੰਛੀਆਂ ਨੇ ਗਾਵਿਆ ਹਿੰਡੋਲ ਤੇ ਬਸੰਤ ਰਾਗ, ਚਿਰਾਂ ਪਿੱਛੋਂ ਰੱਬ ਨੇ ਮੁਰਾਦਾਂ ਨੇ ਵਿਖਾਲੀਆਂ। ਕੇਸਰੀ ਦੁਪੱਟੇ ਨੂੰ ਬਸੰਤ ਕੌਰ ਪਹਿਨ ਜਦੋਂ ਡੋਰੇਦਾਰ ਨੈਣਾ ਵਿੱਚ ਸੁੱਟੀਆਂ ਗੁਲਾਲੀਆਂ। ਹਿੰਡੋਲ ਤੇ ਬਸੰਤ ਰਾਗ ਖੁਸ਼ੀ ਦੇ ਰਾਗ ਹਨ। ਮੁਰਾਦਾਂ ਸ਼ਬਦ ਦਾ ਅਰਥ ਹੈ ਇੱਛਾਵਾਂ। ਬਸੰਤ ਕੌਰ ਕਵੀ ਬਸੰਤ ਨੂੰ ਇੱਕ ਸੁੰਦਰ ਇਸਤਰੀ ਦੇ ਰੂਪ ਵਿੱਚ ਦੇਖਦੇ ਹਨ। ਡੋਰੇਦਾਰ ਸ਼ਬਦ ਦਾ ਅਰਥ ਹੈ ਮਸਤੀ ਭਰੀਆਂ। ਗੁਲਾਲੀਆਂ ਸ਼ਬਦ ਦਾ ਅਰਥ ਹੈ ਮਸਤੀ ਦੇ ਰੰਗ। ਕਵੀ ਧਨੀ ਰਾਮ ਚਾਤ੍ਰਿਕ ਜੀ ਕਹਿੰਦੇ ਹਨ ਕਿ ਬਸੰਤ ਰੁੱਤ ਦੇ ਆਉਣ 'ਤੇ ਪੰਛੀਆਂ ਨੇ ਖੁਸ਼ੀ ਭਰੇ ਹਿੰਡੋਲ ਅਤੇ ਬਸੰਤ ਰਾਗ ਗਾਏ ਹਨ, ਕਿਉਂਕਿ ਰੱਬ ਨੇ ਬੜੇ ਚਿਰਾਂ ਪਿੱਛੋਂ ਉਹਨਾਂ ਦੀਆਂ ਮੁਰਾਦਾਂ ਪੂਰੀਆਂ ਕੀਤੀਆਂ ਹਨ। ਬਸੰਤ ਰੂਪੀ ਇਸਤਰੀ ਬਸੰਤ ਕੌਰ ਕੇਸਰੀ ਦੁਪੱਟੇ ਨੂੰ ਪਹਿਨ ਕੇ ਡੋਰੇਦਾਰ ਨੈਣਾ ਵਿੱਚ ਮਸਤੀ ਭਰੀਆਂ ਗੁਲਾਲੀਆਂ ਸੁੱਟ ਰਹੀ ਹੈ। ਇੱਥੇ ਕਵੀ ਨੇ ਬਸੰਤ ਰੁੱਤ ਨੂੰ ਇੱਕ ਸੁੰਦਰ ਇਸਤਰੀ ਦੇ ਰੂਪ ਵਿੱਚ ਦੇਖਿਆ ਹੈ, ਜਿਸ ਨੇ ਕੇਸਰੀ ਦੁਪੱਟਾ ਪਹਿਨਿਆ ਹੋਇਆ ਹੈ ਅਤੇ ਉਸ ਦੀਆਂ ਅੱਖਾਂ ਵਿੱਚ ਮਸਤੀ ਦੇ ਲਾਲ ਡੋਰੇ ਹਨ। ਇਹ ਸੀ ਧਨੀ ਰਾਮ ਚਾਤ੍ਰਿਕ ਜੀ ਦੀ ਲਿਖੀ ਹੋਈ ਕਵਿਤਾ ਬਸੰਤ, ਜਿਸ ਦੇ ਔਖੇ ਸ਼ਬਦਾਂ ਦੇ ਅਰਥ ਅਤੇ ਕਾਵ ਸਤਰਾਂ ਦੀ ਵਿਆਖਿਆ ਆਪਾਂ ਕੀਤੀ ਹੈ। ਹੁਣ ਅਸੀਂ ਅਭਿਆਸੀ ਪ੍ਰਸ਼ਨ ਅਤੇ ਉਹਨਾਂ ਪ੍ਰਸ਼ਨਾਂ ਦੇ ਉੱਤਰ ਦੇਖਾਂਗੇ। ਪਹਿਲਾ ਪ੍ਰਸ਼ਨ ਹੈ, ਬਸੰਤ ਦੀ ਆਮਦ 'ਤੇ ਰੁੱਖ ਕਿਉਂ ਨਿਹਾਲ ਹੁੰਦੇ ਹਨ? ਇਸ ਪ੍ਰਸ਼ਨ ਦਾ ਉੱਤਰ ਹੈ, ਬਸੰਤ ਦੀ ਆਮਦ 'ਤੇ ਰੁੱਖ ਇਸ ਕਰਕੇ ਨਿਹਾਲ ਹੁੰਦੇ ਹਨ ਕਿਉਂਕਿ ਰੁੱਖਾਂ ਦੀਆਂ ਡਾਲੀਆਂ, ਜਿਨ੍ਹਾਂ ਦੇ ਪੱਤੇ ਸਿਆਲ ਦੇ ਕੱਕਰਾਂ ਨੇ ਝਾੜ ਦਿੱਤੇ ਹੁੰਦੇ ਹਨ, ਬਸੰਤ ਦੇ ਆਉਣ ਨਾਲ ਉਹ ਨਵੇਂ ਪੁੰਗਰੇ ਪੱਤਿਆਂ ਨਾਲ ਭਰ ਜਾਂਦੀਆਂ ਹਨ। ਅਗਲਾ ਪ੍ਰਸ਼ਨ ਹੈ, ਬਸੰਤ ਰੁੱਤ ਮੌਕੇ ਪੰਛੀ ਕਿਹੜਾ ਰਾਗ ਗਾਉਂਦੇ ਹਨ? ਇਸ ਪ੍ਰਸ਼ਨ ਦਾ ਉੱਤਰ ਹੈ, ਬਸੰਤ ਰੁੱਤ ਦੇ ਮੌਕੇ ਪੰਛੀ ਹਿੰਡੋਲ ਤੇ ਬਸੰਤ ਰਾਗ ਗਾਉਂਦੇ ਹਨ। ਅਗਲਾ ਪ੍ਰਸ਼ਨ ਹੈ, ਬਸੰਤ ਰੁੱਤ ਆਉਣ 'ਤੇ ਬੂਟਿਆਂ ਵਿੱਚ ਕਿਹੋ ਜਿਹੀ ਤਬਦੀਲੀ ਆਉਂਦੀ ਹੈ? ਇਸ ਪ੍ਰਸ਼ਨ ਦਾ ਉੱਤਰ ਹੈ, ਬਸੰਤ ਦੇ ਆਉਣ ਨਾਲ ਬੂਟੇ ਹਰੇ ਭਰੇ ਹੋ ਜਾਂਦੇ ਹਨ, ਉਹਨਾਂ ਨੂੰ ਡੋਡੀਆਂ ਨਿਕਲ ਆਉਂਦੀਆਂ ਹਨ ਅਤੇ ਉਹ ਖਿੜ ਜਾਂਦੀਆਂ ਹਨ। ਅਗਲਾ ਪ੍ਰਸ਼ਨ ਹੈ, ਬਸੰਤ ਰੁੱਤ ਵਿੱਚ ਲੋਕ ਕਿਹੜਾ ਰੰਗ ਪਹਿਨਦੇ ਹਨ? ਇਸ ਪ੍ਰਸ਼ਨ ਦਾ ਉੱਤਰ ਹੈ, ਬਸੰਤ ਰੁੱਤ ਵਿੱਚ ਲੋਕ ਕੇਸਰੀ ਰੰਗ ਪਹਿਨਦੇ ਹਨ। ਹੁਣ ਅਸੀਂ ਖਾਲੀ ਥਾਵਾਂ ਭਰਾਂਗੇ, ਕਾਵ ਸਤਰਾਂ ਪੂਰੀਆਂ ਕਰਾਂਗੇ। ਕਵਿਤਾ ਦੀ ਪਹਿਲੀ ਕਾਵ ਸਤਰ ਹੈ, ਡਾਲੀਆਂ ਕਚਾਹ ਵਾਂਗ ਕੂਲੀਆਂ ਨੂੰ ਜਿੰਦ ਪਈ। ਇਸ ਤੋਂ ਅਗਲੀ ਕਾਵ ਸਤਰ ਆਵੇਗੀ, ਆਲਣੇ ਦੇ ਬੋਟਾਂ ਵਾਂਗ ਖੰਭੀਆਂ ਉਛਾਲੀਆਂ। ਅਗਲੀ ਕਾਵ ਸਤਰ ਹੈ, ਖਿੜ ਖਿੜ ਹੱਸਦੀਆਂ ਵਸਿਆ ਜਹਾਨ ਵੇਖ।
इसका उत्तर होवेगा इस काव सत्र तो अगली काव सत्र होवेगी गुट्टे उत्ते केसर गुलाब उत्ते लालियां। अगली काव सत्र है बुलबुल फुल फुल फुल्लां दे सदके लई। इस तो अगली काव सत्र होवेगी भोरे लट भौरियां नूं आईयां खुशहालियां। अगली काव सत्र है पंछियां ने गाविया हिंडोल ते बसंत राग। इस तो अगली काव सत्र होवेगी चिरां पिछों रब ने मुरादां ने विखालियां। हुण असीं कुछ चोणवें शब्दां दी वाकां विच वरतों करांगे। पहला शब्द है निहाल। निहाल शब्द दी वाक विच वरतों है कीर्तन सुन के संगतां निहाल हो गईयां। अगला शब्द है जहान। सारा जहान शांति चाहुंदा है। अगला शब्द है सदके। सदके शब्द दा वाक है मां अपने पुत्र तो वार वार सदके जांदी है। अगला शब्द है मुराद। मुराद शब्द दा वाक है रब ने मेरी मुराद पूरी कीती। अगला शब्द है कतार। कतार शब्द दा वाक है सारे बच्चे एक कतार विच खड़े हो गए। ਇਹ ਸੀ 6ਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਿਲ ਆਧੁਨਿਕ ਕਵੀ ਧਨੀ ਰਾਮ ਚਾਤ੍ਰਿਕ ਜੀ ਦੀ ਲਿਖੀ ਹੋਈ ਕਵਿਤਾ ਬਸੰਤ, ਜਿਸ ਵਿੱਚ ਕਵੀ ਨੇ ਬਸੰਤ ਰੁੱਤ ਦਾ ਵਰਣਨ ਕੀਤਾ ਹੈ। ਧੰਨਵਾਦ।